नमस्कार साथियों। रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਲੈਂਗੁਏਜ ਫਸਟ ਪੰਜਾਬੀ ਅਤੇ ਲੈਂਗੁਏਜ ਸੈਕੰਡ ਪੰਜਾਬੀ ਦੇ ਅੰਦਰ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਉਸ ਦੇ ਅੰਦਰ ਅੱਜ ਦਾ ਆਪਣਾ ਜੋ ਪਹਿਲਾ ਟੌਪਿਕ ਰਹੇਗਾ ਉਸ ਦੇ ਅੰਦਰ ਹੈ ਪੰਜਾਬੀ ਭਾਸ਼ਾ ਦੇ ਅਧਿਆਪਨ ਦੇ ਸਿਧਾਂਤ। यानी पंजाबी भाषा का अध्यापन और उसके सिद्धांत के बारे आप पढ़ना है कि वो किहड़े किहड़े सिद्धांत ने या फिर मात भाषा तो लोड़ तो संबंधी तो किहड़ियां चीज़ां ने किहड़ियां गल्लां ने जिसकी जरूरत एक बच्चे नूं पढ़ाउण दे लई जरूरी है, उन्हां दे बारे अज आपां चर्चा करनी है। तो आओ साथियों शुरू करते हैं भाषा अध्यापन के सिद्धांत। सब तो पहले तो आपां यही देखांगे कि भाषा अध्यापन के सिद्धांत असल दे अंदर है की। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤਾਂ ਅਧਿਆਪਨ ਵਿਗਿਆਨ ਹੈ, ਯਾਨੀ ਅਧਿਆਪਨ ਕਾਰਜ ਹੈ ਜਿਹੜਾ ਉਸ ਨੂੰ ਆਪਾਂ ਕੀ ਕਹਾਂਗੇ, ਵਿਗਿਆਨ ਹੈ। ਇਹ ਆਪਣਾ ਪੈਡਾਗੋਗੀ ਟੌਪਿਕ ਦੇ ਤਹਿਤ ਆ ਜਾਂਦਾ ਹੈ ਤੇ ਇਹ ਆਪ ਦੇ ਸਿਲੇਬਸ ਦੇ ਅੰਦਰ 2 ਯੂਨਿਟ ਦਿੱਤੀਆਂ ਗਈਆਂ ਨੇ ਜੋ ਕਿ 5ਵੀਂ ਅਤੇ 6ਵੀਂ ਦੇ ਅੰਦਰ ਦਰਜ ਨੇ। ਅੱਜ ਆਪਾਂ 5ਵੀਂ ਯੂਨਿਟ ਤੇ ਇਸ ਟੌਪਿਕ ਨੂੰ ਪੜ੍ਹਨਾ ਹੈ। ਇੱਕ ਕਲਾ ਪੂਰਕ ਹੈ। ਇਹ ਸਭ ਕੁਝ ਹੁੰਦੇ ਹੋਏ ਵੀ ਅਧਿਆਪਨ ਵਿੱਚ ਗੁੰਝਲਦਾਰ ਪ੍ਰਕਿਰਿਆ ਹੈ। ਇਸ ਦਾ ਮੁੱਖ ਉਦੇਸ਼ ਸਿੱਖਿਅਕਾਂ ਅਤੇ ਸਿੱਖਿਆਰਥੀਆਂ ਦੇ ਮਨਾਂ ਵਿੱਚ ਬਦਲਾਅ ਲੈ ਆਉਣਾ ਹੈ। ਇਸ ਦੇ ਵਿੱਚ ਹੀ ਅਧਿਆਪਨ ਦੇ ਸਾਰੇ ਪਹਿਲੂ ਸ਼ਾਮਲ ਹੁੰਦੇ ਨੇ। ਭਾਸ਼ਾ ਅਧਿਆਪਨ ਅਤੇ ਮਾਤ ਭਾਸ਼ਾ ਦੀ ਸਿੱਖਿਆ ਇਸੇ ਵਿੱਚ ਹੀ ਸ਼ਾਮਲ ਹੈ। ਇਹਨਾਂ ਕਾਰਨਾਂ ਕਰਕੇ ਹੀ ਭਾਸ਼ਾ ਸਿੱਖਿਆ ਲਈ ਮਿੱਥੇ ਗਏ ਸਿਧਾਂਤ ਉਹੀ ਹਨ ਜੋ ਲਗਭਗ ਸਧਾਰਨ ਸਿੱਖਿਆ ਲਈ ਨਿਸ਼ਚਿਤ ਕੀਤੇ ਗਏ ਨੇ। ਇਹ ਤਾਂ ਸੀ ਅਧਿਆਪਨ ਤੋਂ ਸੰਬੰਧਿਤ ਗੱਲਬਾਤ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੇ ਭਾਸ਼ਾ ਅਧਿਆਪਨ ਦੇ ਸਿਧਾਂਤ ਆ ਜਾਂਦੇ ਹੈ ਉਸ ਦੇ ਅੰਦਰ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਜ਼ਰੂਰੀ ਹੋ ਜਾਂਦੀਆਂ ਨੇ। ਤਾਂ ਇਸ ਦੇ ਲਈ ਆਪਾਂ ਸਭ ਤੋਂ ਪਹਿਲੇ ਪੜ੍ਹਨਾ ਹੋਏਗਾ ਮਾਤ ਭਾਸ਼ਾ ਦੀ ਲੋੜ ਅਤੇ ਉਸ ਦੀ ਮਹੱਤਤਾ ਬਾਰੇ, ਕਿਉਂਕਿ ਜੇਕਰ ਆਪਾਂ ਨੂੰ ਮਾਤ ਭਾਸ਼ਾ ਦੀ ਲੋੜ ਤੇ ਉਸ ਦੀ ਮਹੱਤਤਾ ਦਾ ਹੀ ਨਹੀਂ ਪਤਾ ਚੱਲੇਗਾ ਤਾਂ ਆਪਾਂ ਅੱਗੇ ਨਹੀਂ ਵਧ ਸਕਦੇ। ਪਹਿਲਾਂ ਆਪਾਂ ਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਮਾਤ ਭਾਸ਼ਾ ਦੀ ਲੋੜ ਕਿਉਂ ਹੈ ਤੇ ਉਸ ਦੀ ਕੀ ਮਹੱਤਤਾ ਹੈ। ਤਾਂ ਆਪਾਂ ਪਹਿਲੇ ਦੇਖਾਂਗੇ ਮਾਤ ਭਾਸ਼ਾ ਦੀ ਲੋੜ ਤੇ ਮਹੱਤਤਾ ਬਾਰੇ। ਮਾਤ ਭਾਸ਼ਾ ਦੀ ਲੋੜ ਜਾਂ ਮਹੱਤਤਾ ਨੂੰ ਹੇਠ ਲਿਖੇ ਬਿੰਦੂਆਂ ਰਾਹੀਂ ਸਮਝਿਆ ਜਾ ਸਕਦਾ ਹੈ। ਹੁਣ ਅਸੀਂ ਇੱਕ ਪੁਆਇੰਟ ਕਰਕੇ ਇਹਨਾਂ ਗੱਲਾਂ ਨੂੰ ਸਮਝਾਂਗੇ ਕਿ ਮਾਤ ਭਾਸ਼ਾ ਦੀ ਲੋੜ ਸਾਡੇ ਲਈ ਕਿਉਂ ਹੈ। ਤਾਂ ਪਹਿਲਾਂ ਆ ਜਾਂਦਾ ਹੈ ਆਪਣੇ ਕੋਲ ਭਾਸ਼ਾ ਦੇ ਲਿਖਤੀ ਰੂਪ ਸਿੱਖਣ ਦੀ ਲੋੜ, ਯਾਨੀ ਭਾਸ਼ਾ ਦੇ ਜਿਹੜੇ ਲਿਖਤੀ ਰੂਪ ਨੇ ਉਸ ਨੂੰ ਸਿੱਖਣ ਦੀ ਕੀ ਲੋੜ ਹੈ। ਭਾਸ਼ਾ ਨੂੰ ਮੁੱਖ ਰੂਪ ਨਾਲ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਭਾਸ਼ਾ ਦਾ ਲਿਖਤੀ ਰੂਪ ਅਤੇ ਭਾਸ਼ਾ ਦਾ ਮੌਖਿਕ ਰੂਪ। ਇਹ ਤਾਂ ਆਪ ਸਭ ਨੂੰ ਪਤਾ ਹੀ ਹੋਏਗਾ ਕਿ ਭਾਸ਼ਾ ਇੱਕ ਤਾਂ ਲਿਖਤ ਦੇ ਅੰਦਰ ਹੈ ਤੇ ਦੂਸਰੀ ਮੌਖਿਕ ਹੈ ਜਿਹੜੀ ਅਸੀਂ ਆਮ ਗੱਲਬਾਤ ਕਰਦੇ ਸਮੇਂ ਵਰਤਦੇ ਹਾਂ। ਬੱਚਾ ਘਰ ਵਿੱਚ ਮੌਖਿਕ ਭਾਸ਼ਾ ਹੀ ਸਿੱਖਦਾ ਹੈ। ਇਹ ਭਾਸ਼ਾ ਉਸ ਦੀ ਗੈਰ ਰਸਮੀ ਭਾਸ਼ਾ ਹੈ। ਗੈਰ ਰਸਮੀ ਇਸ ਲਈ ਹੈ ਕਿਉਂਕਿ ਇਹਦੇ ਅੰਦਰ ਕੋਈ ਨਿਯਮ ਦਾ ਬੰਧਨ ਨਹੀਂ ਹੁੰਦਾ, ਜਾਂ ਫਿਰ ਅਸੀਂ ਦੂਜੇ ਸ਼ਬਦਾਂ 'ਚ ਕਹੀਏ ਕਿ ਇਸ ਦੇ ਅੰਦਰ ਅਸੀਂ ਵਿਆਕਰਣ ਦੇ ਨਿਯਮਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ ਤੇ ਆਪਣੀ ਸਹੂਲਤ ਦੇ ਹਿਸਾਬ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ। ਉਸ ਨੂੰ ਭਾਸ਼ਾ ਦਾ ਲਿਖਤੀ ਰੂਪ ਸਿੱਖਣ ਲਈ ਰਸਮੀ ਸਿੱਖਿਆ ਦਾ ਸਹਾਰਾ ਲੈਣਾ ਪੈਂਦਾ ਹੈ। ਹੁਣ ਰਸਮੀ ਸਿੱਖਿਆ ਦਾ ਸਹਾਰਾ ਕਦੋਂ ਲੈਣਾ ਪੈਂਦਾ ਹੈ? ਉਦੋਂ ਜਦੋਂ ਉਸ ਨੂੰ ਲਿਖਤੀ ਭਾਸ਼ਾ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਦੋਂ ਉਸ ਨੂੰ ਰਸਮੀ ਸਿੱਖਿਆ ਹੈ ਜਿਹੜੀ, ਯਾਨੀ ਅਸੀਂ ਇਹ ਕਹੀਏ ਕਿ ਫਿਰ ਵਿਆਕਰਣ ਦੇ ਨਿਯਮ ਨੇ ਜਿਹੜੇ ਉਹ ਉਸ ਨੂੰ ਸਿੱਖਣੇ ਪੈਂਦੇ ਨੇ ਕਿ ਭਾਸ਼ਾ ਕੀ ਹੈ, ਕਿਵੇਂ ਲਿਖਣੀ ਹੈ ਤੇ ਇਹਦੇ ਕਿਹੜੇ ਉਹ ਗੱਲਾਂ ਨੇ ਜਿਹੜੀਆਂ ਸਾਨੂੰ ਇਸ ਦੇ ਨੂੰ ਸਾਰਥਕ ਸਿੱਧ ਕਰਦੀਆਂ ਨੇ। ਮਾਤ ਭਾਸ਼ਾ ਬੱਚੇ ਦੀ ਭਾਸ਼ਾ ਸਿੱਖਿਆ ਵਿੱਚ ਕੁਸ਼ਲਤਾਪੂਰਵਕ ਭੂਮਿਕਾ ਨਿਭਾਉਣ ਦਾ ਕੰਮ ਕਰਦੀ ਹੈ। ਯਾਨੀ ਮਾਤ ਭਾਸ਼ਾ ਹੀ ਹੈ ਉਹ ਜਿਹੜੀ ਬੱਚੇ ਦੀ ਸਿੱਖਿਆ ਦੇ ਅੰਦਰ ਇੱਕ ਕੁਸ਼ਲਤਾਪੂਰਵਕ ਭੂਮਿਕਾ ਨਿਭਾਉਣ ਦਾ ਕਾਰਜ ਕਰਦੀ ਹੈ। ਯਾਨੀ ਇਹਨਾਂ ਗੱਲਾਂ ਕਰਕੇ ਸਾਨੂੰ ਮਾਤ ਭਾਸ਼ਾ ਦੇ ਲਿਖਤੀ ਰੂਪ ਸਿੱਖਣ ਦੀ ਲੋੜ ਹੁੰਦੀ ਹੈ, ਇਸ ਦੀ ਮਹੱਤਤਾ ਵੱਧਦੀ ਹੈ। ਫਿਰ ਇਸ ਤੋਂ ਬਾਅਦ 'ਚ ਆਪਾਂ ਦੇਖਾਂਗੇ ਸਾਥੀਓ ਕਿ ਦੂਸਰੀਆਂ ਭਾਸ਼ਾਵਾਂ ਦੇ ਗਿਆਨ ਦੀ ਲੋੜ ਕਿਉਂ ਹੈ। ਤਾਂ ਇਹਦੇ ਲਈ ਆਪਣੇ ਕੋਲ ਆ ਜਾਂਦਾ ਹੈ ਕਿ ਵਿਕਾਸ ਦੇ ਦੂਜੇ ਪਹਿਲੂਆਂ ਨੂੰ ਸਿੱਖਣ ਲਈ ਸਾਨੂੰ ਦੂਸਰੀਆਂ ਭਾਸ਼ਾਵਾਂ ਦੀ ਲੋੜ ਪੈਂਦੀ ਹੈ।
यानी असी ये नहीं है कि इकल्ले एक भाषा दे नाल अगे वध सकते हैं। इसलिए कहा गया कि विकास के दूजे पहलुआं नूं सीखण लई सानूं होर जिहड़ियां भाषावां दुनिया दी आ जांदियां ने उन्हां नूं सीखण दी जरूरत महसूस हुंदी है। दूजियां भाषावां शरीरक, मानसिक, बोधक, सांस्कृतिक, नैतिक ਅਤੇ समाजिक विकास करने लई सहाई हैं। यानी इउं कहीए आपां कि अगर संपूर्ण विकास करना चाहुंदे हां तां दूजियां भाषा के ज्ञान की भी आपां नूं लोड़ है। इसलिए ये सब रस्मी सिक्ख्या द्वारा ही सीखिया जा सकता है। यानी जो आप रस्मी सिक्ख्या हासिल करांगे तो फिर ही आपां नूं ये सारियां गल्लां दा पता चलेगा। तीसरा अपने कोले पॉइंट आ जाता है वक्खो वक्ख कलावां ते विषयां दी लोड़। ਵੱਖੋ ਵੱਖ ਕਲਾਵਾਂ ਸਿੱਖਣ ਜਿਵੇਂ ਕਿ ਚਿੱਤਰ ਕਲਾ, ਸੰਗੀਤ ਕਲਾ, ਨ੍ਰਿਤ ਕਲਾ, ਸਾਹਿਤ ਕਲਾ, ਮੂਰਤੀ ਕਲਾ, ਇਹ ਜਿੰਨੀਆਂ ਵੀ ਕਲਾਵਾਂ ਆ ਜਾਂਦੀਆਂ ਨੇ ਇਹ ਸਾਰੀਆਂ ਕਲਾਵਾਂ ਸਿੱਖਣ ਦੇ ਲਈ ਆਪਾਂ ਨੂੰ ਜਿਸ ਭਾਸ਼ਾ ਦੀ ਲੋੜ ਹੈ, ਜਿਹੜੇ ਵਿਸ਼ਿਆਂ ਦੀ ਲੋੜ ਹੈ, ਉਹਨਾਂ ਦਾ ਮਹੱਤਵ ਵੱਧਦਾ ਹੈ। ਜਿਵੇਂ ਕਿ ਵਿਗਿਆਨ ਦੇ ਵਿਸ਼ੇ ਦੇ ਅੰਦਰ ਆਪਣੇ ਕੋਲੇ ਆ ਜਾਂਦੇ ਨੇ ਜਿਵੇਂ ਸਮਾਜ ਵਿਗਿਆਨ, आंकड़ा विज्ञान, इस प्रकार के आ जाते हैं। तो सीखण विच मात भाषा मैदान का काम करती है। ये नहीं ये जिहड़ियां दूजियां अपने कोले विषय आ जाते हैं यह मात भाषा का मैदान है जिहड़ा होर वधेरे पद्धरा करती है। फिर इस तो बाद अपने कोले पॉइंट आ जाता है स्पष्ट तत्थां का प्रगटावा, यानी गल नूं बिल्कुल स्पष्ट करके समझाउणा। बच्चे विच स्पष्ट तत्थां का प्रगटावा मात भाषा राही ही पैदा हुंदा है। इस राही वो होर कलावां, प्रतिक्रियावां, योजनावां, अनुभवां आदि का स्पष्ट प्रगटावा करेगा। फिर उस तो बाद अपने कोल आ गया सर्वपक्षी विकास, यानी हर पक्ष तो नज़रिए तो जेकर आप गल करिए तो वो विकास की गल करती है। मात भाषा ही बच्चे की सर्वपक्षी विकास की क्रिया पैदा करती है। यानी ये गुण है जिहड़ा वो मात भाषा के अंदर ही है कि बच्चे का जेकर असीं संपूर्ण विकास करना है तो सानू मात भाषा की जरूरत है। यानी असीं मात भाषा इत्थे पंजाबी वजों जान रहे हैं। हुण आ गया अपने कोल भाषा के सधारण सिद्धांत। सब तो पहला तो आपां भाषा के सधारण सिद्धांतां की गल करांगे कि भाषा के सधारण सिद्धांत किहड़े ने। सिद्धांत तो भाव ये लिया जाता है जो नियम भाषा विग्यानियों द्वारा निश्चित किए जाते हैं। यानी सधारण सिद्धांत आप किसनों कहने हैं, उन्होंने कहने हैं जिहड़े आपां नूं भाषा विग्यानी हुंदे ने वो अपने द्वारा ये भाषा दे लई जिहड़े अपने लई नियम बना के जाते हैं कि ये गल्लां जरूरी ने, वो अपने भाषा के सधारण सिद्धांत के तहत जाने जाते हैं। इन्हां दी चोण लई लंबी पड़ताल की जाती है। यानी एक लंबे दौर च रिसर्च असी जिसनूं कह दिंदे आ, यानी शोध के एक नियम साडे सामने रखे जाते हैं। इस चोण नूं सिक्ख्या सूत्रां लई ढुकवां तैयार किया जाता है। ये सीखण दे मापदंड ते खरे उतरते हैं, वो ही सिद्धांत हैं। इन्हां मापदंडां राहीं सिक्ख्या होर उपयोगी बनती है। सिक्ख्या दे सधारण सिद्धांत इस तरह ने, यानी हुण आपां देखते हैं कि सिक्ख्या के सधारण सिद्धांत किहड़े किहड़े ने। जदों आपां ये गल करते हैं कि सिक्ख्या के सधारण सिद्धांत किहड़े किहड़े ने तो सब तो पहला जिहड़ा अपने कोल आ जाता है वो आ जाता है सिक्ख्या का बाल केंद्रित होना। सिक्ख्या का बाल केंद्रित होना दूजे विषयां के अध्यापन वांग ही सिक्ख्या का बाल केंद्रित होना भी जरूरी है। बाल केंद्रित तो मतलब है बालक नूं केंद्र विच रख के सिक्ख्या देना। मात भाषा की सिक्ख्या लई इसका महत्व होर ज़्यादा हो जाता है। मात भाषा का अध्यापन करन समय बच्चे के आले दुआले उम्र, वातावरण आदि का ख्याल रखना चाहिए। यानी आपां इस दे नाल नाल होर गल्लां दा भी ध्यान रखते हैं जिस दे अंदर आला दुआला आ जाता है, बच्चे की उम्र आ जाती है, वातावरण आ जाता है। बच्चे के मानसिक पद्धर अते रुचि नूं ध्यान विच रख के ही सिक्ख्या देनी चाहिए है। ये तो आ जाता है सिक्ख्या का बाल केंद्रित होना। हुण आपां गल करते हैं सुभाविकता का सिद्धांत। बच्चे विच भाषा सीखण की शक्ति कुदरती हुंदी है। बच्चे विच बोलण सुणन की शक्ति कुदरत वालों ही प्राप्त हुंदी है। बच्चे कुदरती तौर पर सहजता के ढंग नाल ही भाषा नूं सीख लैंदे ने।
ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਸੁਣਨਾ, ਬੋਲਣਾ ਅਤੇ ਸਮਝਣਾ ਸਿੱਖਦਾ ਹੈ। ਇਸ ਤੋਂ ਹੌਲੀ ਹੌਲੀ ਉਹ ਪੜ੍ਹਨਾ ਵੀ ਸਿੱਖ ਲੈਂਦਾ ਹੈ। ਇਹਨੂੰ ਆਪਾਂ ਕਹਿੰਦੇ ਹਾਂ ਸੁਭਾਵਿਕਤਾ ਦਾ ਸਿਧਾਂਤ, ਯਾਨੀ ਸੁਭਾਵਿਕ ਤਰੀਕੇ ਨਾਲ ਬੱਚਾ ਸਿੱਖਦਾ ਹੈ। ਅੰਤ ਦੇ ਅੰਦਰ ਉਹ ਫਿਰ ਲਿਖਣਾ ਵੀ ਸਿੱਖ ਜਾਂਦਾ ਹੈ। ਤਾਂ ਇਹ ਸਨ ਸਾਥੀਓ ਉਹ ਗੱਲਾਂ ਜਿਹੜੀਆਂ ਮਾਤ ਭਾਸ਼ਾ ਦੇ ਲਈ ਜ਼ਰੂਰੀ ਸਨ, ਜਿਸ ਦੇ ਅੰਦਰ ਆ ਜਾਂਦੀਆਂ ਹੈ। ਅਗਰ ਇਸ ਦੇ ਸਿਧਾਂਤਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਿੱਖਿਆ ਦਾ ਬਾਲ ਕੇਂਦਰਿਤ ਹੋਣਾ ਅਤੇ ਸੁਭਾਵਿਕਤਾ ਦਾ ਸਿਧਾਂਤ ਆ ਜਾਂਦਾ ਹੈ। ਅਗਲੀ ਕਲਾਸ ਦੇ ਅੰਦਰ ਆਪਾਂ ਇਸ ਦੇ ਹੋਰ ਪੁਆਇੰਟ ਨੇ ਜਿਹੜੇ ਉਹਨਾਂ ਨੂੰ ਪੜ੍ਹਾਂਗੇ, ਪੁਆਇੰਟ ਟੂ ਪੁਆਇੰਟ ਪੜ੍ਹਦੇ ਜਾਵਾਂਗੇ ਅੱਗੇ, ਅਤੇ ਹਰ ਰੋਜ਼ ਆਪ ਨੂੰ ਇਸ ਦੇ ਵੀਡੀਓ ਮਿਲਦੇ ਰਹਿਣਗੇ। ਧੰਨਵਾਦ ਸਾਥੀਓ।